ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਥਰਡ ਚੈਪਟਰ ਹਿਊਮਨ ਰੀਪਰੋਡਕਸ਼ਨ ਦੇ ਵਿੱਚ ਜੋ ਟੌਪਿਕ ਹੈਗਾ ਗੈਮੀਟੋਜੈਨਸਿਸ ਉਸ ਬਾਰੇ ਪੜਾਂਗੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਗੈਮੀਟੋਜੈਨਸਿਸ ਦਾ ਮਤਲਬ ਕੀ ਹੈਗਾ, ਫਾਰਮੇਸ਼ਨ ਆਫ ਗੈਮੇਟਸ। ਸੋ ਡੈਫੀਨੇਸ਼ਨ ਦੀ ਗੱਲ ਕਰੀਏ ਗੈਮੀਟੋਜੈਨਸਿਸ ਦੀ, ਇਟ ਇਜ਼ ਦ ਫਾਰਮੇਸ਼ਨ ਆਫ ਗੈਮੇਟਸ from the diploid germ cells is called gametogenesis. In human being, gametogenesis is of the two types. One is called as the spermatogenesis and other is called as the oogenesis. Spermatogenesis, formation of sperms, spermatozoa from the diploid spermatogonia is called spermatogenesis. And formation of egg, ovum from the oocytes is called as the oogenesis. First of all, we discuss spermatogenesis. If further ਇਹਦੇ ਅੱਗੇ phases ਹੈਗੇ, first phase ਹੈ multiplication phase. During this phase, ਜਦੋਂ puberty ਆਂਦੀ ਹੈ, sexual maturity ਆਂਦੀ ਹੈਗੀ, ਤਾਂ ਉਸ ਵੇਲੇ spermatogonia ਜੋ ਕਿ ਸੈਮਨੀਫੇਰਸ ਟਿਊਬਿਊਲ ਦੇ ਅੰਦਰਲੇ ਪਾਸੇ ਲਾਈਨਿੰਗ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਹੈਗੀ, ਡਿਪਲੋਇਡ ਸੈਲਸ ਹੁੰਦੇ ਹੈਗੇ, ਸਰਟੋਲੀ ਸੈਲ ਦੇ ਨਾਲ ਪਏ ਹੁੰਦੇ ਹੈਗੇ, ਉਹ ਸਿੰਪਲੀ ਮਾਈਟੋਸਿਸ ਕਰਕੇ ਡਿਵੀਜ਼ਨ ਮਾਈਟੋਸਿਸ ਕਰਕੇ ਸੈਲਾਂ ਦੀ ਗਿਣਤੀ ਨੂੰ ਵਧਾਉਂਦੇ ਹੈ, ਮਲਟੀਪਲਾਈ ਕਰਦੇ ਹੈਗੇ। ਦੈਟਸ ਵਾਈ ਇਟ ਇਜ਼ ਕਾਲਡ ਐਜ਼ ਦਾ ਮਲਟੀਪਲਾਈਕੇਟਿਵ ਫੇਜ਼। ਐਂਡ ਸੈਕੰਡ ਫੇਜ਼ ਇਜ਼ ਗਰੋਥ ਫੇਜ਼। ਗਰੋਥ ਫੇਜ਼ ਦੇ ਦੌਰਾਨ ਜਿਹੜੇ ਇਹ ਵਾਲੇ ਸੈਲਸ ਹੈਗੇ ਉਹ ਫੀਡ ਲੈਂਦੇ ਆ, ਨਰਿਸ਼ਮੈਂਟ ਲੈਂਦੇ ਆ, ਸਾਈਜ਼ ਇਨਕਰੀਜ਼ ਕਰਦੇ ਹੈਗੇ ਔਰ ਵੱਡੇ ਹੋ ਜਾਂਦੇ ਹੈਗੇ। ਨਾਓ ਥੀਸ ਸੈਲਸ ਆਰ ਕਾਲਡ ਐਜ਼ ਦਾ ਪ੍ਰਾਇਮਰੀ ਸਪਰਮੈਟੋਸਾਈਟਸ। ਨੈਕਸਟ ਫੇਜ਼ ਦੇ ਵਿੱਚ ਜਿਹੜਾ ਕਿ ਮੈਚੂਰੇਸ਼ਨ ਫੇਜ਼ ਹੈਗਾ, ਇਹਦੇ ਅੰਦਰ ਮਿਓਸਿਸ ਹੁੰਦੀ ਹੈ, ਮਿਓਟਿਕ ਡਿਵੀਜ਼ਨ ਹੁੰਦੀ ਹੈਗੀ, ਜਿਹਦੇ ਕਰਕੇ ਇਹ ਵਾਲੇ ਸੈਲਾਂ ਦੇ ਵਿੱਚ 46 ਕ੍ਰੋਮੋਸੋਮਸ ਹੁੰਦੇ ਹੈਗੇ ਔਰ ਇੱਥੇ ਰਿਡਕਸ਼ਨ ਡਿਵੀਜ਼ਨ ਕਰਕੇ ਜਿਹੜੇ ਨੈਕਸਟ ਸੈਲਸ ਬਣਦੇ ਹੈਗੇ, ਸੈਕੰਡਰੀ ਸਪਰਮੋਸਾਈਟ ਬਣਦੇ ਹੈਗੇ, ਉਹਨਾਂ ਦੇ ਵਿੱਚ ਕ੍ਰੋਮੋਸੋਮ ਨੰਬਰ ਹਾਫ ਰਹਿ ਜਾਂਦੇ ਹੈ ਔਰ 23 ਹੋ ਜਾਂਦੇ ਹੈਗੇ। ਔਰ ਇਹ ਮਿਓਸਿਸ 1 ਹੁੰਦੀ ਹੈ, ਪਹਿਲਾਂ 1 ਤੋਂ 2 ਸੈਲ ਬਣਦੇ ਹੈਗੇ, ਫਿਰ 2 ਤੋਂ 4 ਬਣਦੇ ਹੈਗੇ, ਜਿਹਨੂੰ ਅਸੀਂ ਸੈਕੰਡਰੀ ਸਪਰਮੈਟੋਸਾਈਟਸ ਕਹਿੰਦੇ ਹੈਗੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹੈਗਾ, ਇਹਨਾਂ 'ਚ ਨੰਬਰ ਆਫ ਕ੍ਰੋਮੋਸੋਮ ਹਾਫ ਹੋ ਜਾਂਦੇ ਹੈਗੇ। ਐਂਡ ਨੈਕਸਟ ਡਿਊਰਿੰਗ ਡਿਫਰੈਂਸ਼ੀਏਸ਼ਨ ਫੇਜ਼ secondary spermatocytes further growth ਕਰਨ ਤੋਂ ਬਾਅਦ they form the spermatids and last ਦੇ ਉੱਪਰ maturation ਵੇਲੇ ਜੋ differentiation ਵੇਲੇ spermatids convert ਹੋ ਜਾਂਦੇ ਹੈਗੇ for spermatozoa ਦੇ ਵਿੱਚ। or the formation of spermatozoa from the spermatids is called as the spermiogenesis। ਜਦੋਂ sperms ਬਣ ਜਾਂਦੇ ਹੈ, spermatozoa ਬਣ ਜਾਂਦੇ ਆਪਣੇ ਕੋਲ, then ਉਹ seminiferous tubule ਤੋਂ release ਹੋ ਜਾਂਦੇ ਆ। The release of sperms from the seminiferous tubules is called as the spermiation। ਤੇ ਇਸ ਤਰ੍ਹਾਂ sperms ਬਣਦੇ ਆ। ਔਰ ਇੱਕ ਮੇਲ, ਹਿਊਮਨ ਮੇਲ ਜਿਹੜਾ ਹੈ ਆਪਣੇ ਕੋਲ, ਉਹ ਸਿੰਗਲ ਐਜੈਕੂਲੇਸ਼ਨ ਦੇ ਵਿੱਚ ਡਿਊਰਿੰਗ ਇੰਟਰਕੋਰਸ 200 to 300 ਮਿਲੀਅਨ sperms ਨੂੰ ਰਿਲੀਜ਼ ਕਰਦੇ ਆ, ਬਟ ਸਕਸੈਸਫੁਲ ਇੱਕੋ ਹੀ ਹੁੰਦਾ ਹੈਗਾ, ਐਗ ਨੂੰ ਫਰਟੀਲਾਈਜ਼ ਕਰਨ ਦੇ ਲਈ। ਇਸ ਡਾਇਗਰਾਮ ਦੇ ਨਾਲ ਮੈਂ ਤੁਹਾਨੂੰ ਸੈਮਨੀਫਰਸ ਟਿਊਬਿਊਲ ਦਾ ਇੰਟਰਨਲ ਸਾਈਡ ਦਿਖਾਈ ਹੈਗੀ ਕਿ ਇੱਥੇ ਦੋ ਤਰ੍ਹਾਂ ਦੇ ਸੈੱਲ ਹੈਗੇ, ਸਪਰਮੈਟੋਗੋਨੀਆ ਜਿਹੜੇ ਕਿ ਡਿਪਲੋਇਡ ਹੁੰਦੇ ਹੈਗੇ, 2n ਹੈਗੇ ਵੀ, ਔਰ ਸਰਟੋਲੀ ਸੈਲਸ। ਸਪਰਮੈਟੋਗੋਨੀਆ ਜਿਹੜੇ ਹੈਗੇ ਉਹ ਡਿਵੀਜ਼ਨ ਕਰਕੇ, ਮਿਓਸਿਸ ਕਰਕੇ ਸਪਰਮੈਟੋਜ਼ੋਆ ਪ੍ਰੋਡਿਊਸ ਕਰਦੇ ਆ, ਸਪਰਮ ਪ੍ਰੋਡਿਊਸ ਕਰਦੇ ਆ, ਔਰ ਉਹ ਜਿਹੜੇ ਸਪਰਮ ਪ੍ਰੋਡਿਊਸ ਹੁੰਦੇ ਆ ਸਰਟੋਲੀ ਸੈਲ ਦੇ ਨਾਲ ਫਿਊਜ਼ ਹੋ ਕੇ ਉੱਥੋਂ ਨਰਿਸ਼ਮੈਂਟ ਡਰਾ ਕਰਦੇ ਹੈਗੇ ਔਰ ਮੈਚੁਰ ਹੋਣ ਦੇ ਲਈ ਅੱਗੇ ਚਲੇ ਜਾਂਦੇ ਹੈਗੇ। ਦਿਸ ਇਜ਼ ਦ ਇੰਟਰਨਲ ਸਟਰਕਚਰ ਆਫ ਦ seminiferous tubules. These all are also controlled by the hormones. ਇਹ spermatogenesis sperms ਦਾ ਫਾਰਮੇਸ਼ਨ ਜਿਹੜੀ ਹੈਗੀ ਹਾਰਮੋਨਸ ਦੇ ਨਾਲ ਕੰਟਰੋਲ ਹੁੰਦੀ ਹੈ। ਕਿਸ ਤਰ੍ਹਾਂ ਕੰਟਰੋਲ ਹੁੰਦੀ ਹੈ? ਹਾਈਪੋਥੈਲਮਸ ਇੱਕ ਐਂਡੋਕਰਾਈਨ ਗਲੈਂਡ ਹੈਗਾ, ਉਹ ਇੱਕ ਹਾਰਮੋਨ ਰਿਲੀਜ਼ ਕਰਦਾ ਹੈ GnRH, that is called the gonadotrophin releasing hormone। ਔਰ ਇਹਦੀ ਕੁਆਂਟੀਟੀ ਜਦੋਂ GnRH ਦੀ ਵੱਧ ਜਾਂਦੀ ਹੈ ਤਾਂ ਉਹ ਐਂਟੀਰੀਅਰ ਪਿਟਿਊਟਰੀ ਲੋਬ ਨੂੰ ਸਟਿਮੂਲੇਟ ਕਰਦਾ ਹੈਗਾ ਕਿ ਉਹ ਆਪਣੇ ਹਾਰਮੋਨ ਰਿਲੀਜ਼ ਕਰੇ। ਔਰ ਇਟ ਰਿਲੀਜ਼ਸ 2 ਹਾਰਮੋਨ, one is LH, it is also called as the luteinizing hormone, and second is the FSH
ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਜਿਹੜਾ ਤਾਂ LH ਹੈਗਾ ਉਹ ਲੇਟਿਕ ਸੈਲਸ ਨੂੰ ਜਿਹੜੇ ਕਿ ਬਾਹਰ ਪਏ ਆਪਣੇ ਕੋਲ ਉਹਨਾਂ ਨੂੰ ਸਟਿਮੂਲੇਟ ਕਰਦਾ ਹੈਗਾ ਕਿ ਉਹ ਟੈਸਟੋਸਟੀਰੋਨ ਮੇਲ ਸੈਕਸ ਹਾਰਮੋਨ ਨੂੰ ਰਿਲੀਜ਼ ਕਰਨ। और जो FSH है वो सर्टोली सेल ਨੂੰ ਸਟਿਮੂਲੇਟ ਕਰਦਾ ਹੈਗਾ। सर्टोली सेल्स FSH जो सर्टोली सेल्स ਨੂੰ ਸਟਿਮੂਲੇਟ ਕਰਦੇ ਹੈ ਕਿ ਉਹ ਕੁਝ ਫੈਕਟਰਸ ਜਿਹੜੇ ਹੈਗੇ ਰਿਲੀਜ਼ ਕਰਨ ਔਰ ਉਹ ਫੈਕਟਰਸ ਹੈਲਪ ਕਰਦੇ ਹੈਗੇ ਸਪਰਮੈਟੋਜੈਨਸਿਸ ਨੂੰ ਕਿ ਸਪਰਮਸ ਨੂੰ ਬਣਾਉਣ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਆਪਣੇ ਕੋਲ ਕਿ ਅਗਰ ਇਹ ਐਕਟੀਵਿਟੀ ਜ਼ਿਆਦਾ ਹੋ ਜਾਏ ਤਾਂ सर्टोली सेल इनहिबिन प्रोड्यूस करते हैं और इनहिबिन की करता है नेक्टर फीडबैक करके हाइपोथैलेमस ਨੂੰ गोनाडोट्रोफिन रिलीजिंग हार्मोन ਨੂੰ ਇਨਹਿਬਿਟ ਕਰ ਦਿੰਦਾ ਹੈ, ਉਹਨੂੰ ਰਿਲੀਜ਼ ਕਰਨਾ ਬੰਦ ਕਰ ਦਿੰਦਾ, ਜਿਹਦੇ ਕਰਕੇ ਜਿਹੜੇ ਸਪਰਮਸ ਆਪਣੇ ਕੋਲ ਉਹ ਅੱਗੇ ਬਣਨਾ ਬੰਦ ਹੋ ਜਾਂਦੇ ਹੈ। ਨੈਕਸਟ ਬੇਟਾ ਆਪਾਂ ਹੁਣ ਗੱਲ ਕਰਦੇ ਹਾਂ ਹਿਊਮਨ ਸਪਰਮ ਦੀ ਸਟਰਕਚਰ ਬਾਰੇ। ਇਟਸ ਅ ਵੈਰੀ ਇੰਪੋਰਟੈਂਟ ਕਿਉਂਕਿ ਇਹ 'ਚ ਕੋਈ ਨਾ ਕੋਈ ਕੁਐਸਚਨ ਜ਼ਰੂਰ ਆ ਜਾਂਦਾ ਹੈਗਾ, ਤਾਂ ਇਸ ਲਈ ਇਹਨੂੰ ਬੜੇ ਆਪਾਂ ਧਿਆਨ ਨਾਲ ਬੇਟਾ ਪੜਾਂਗੇ। ਇੱਕ ਹਿਊਮਨ ਸਪਰਮ ਦੇ ਜਿਹੜੇ ਹੈਗੇ ਆ 4 ਪਾਰਟਸ ਆ ਬੇਟਾ। ਫਸਟ ਪਾਰਟ ਹੈਗਾ ਹੈਡ, second neck, third middle piece and fourth is the tail। अगर head ਦੀ ਗੱਲ ਕਰੀਏ ਤਾਂ head ਦੇ ਵਿੱਚ ਇੱਕ haploid nucleus ਹੁੰਦਾ ਹੈ ਜਿਹੜਾ ਕਿ condensed chromatins ਹੁੰਦੇ ਉਹਦੇ ਵਿੱਚ, that is covered by a cap like structure ਜਿਸ ਨੂੰ ਅਸੀਂ acrosome ਕਹਿੰਦੇ ਹਾਂ। It's also very important ਕਿਉਂਕਿ acrosome ਬਾਰੇ ਕੁਐਸਚਨ ਦੇ ਵਿੱਚ 1 ਮਾਰਕ ਕੁਐਸਚਨ ਵੀ ਆ ਜਾਂਦਾ ਕਿ what is acrosome and what is the function of acrosome। एक्चुअली की होंदा है कि एक्रोसोम दे विच हाइड्रोलिटिक एंजाइम्स होंदे हैगे। जदों स्पर्म फर्टिलाइजेशन करदा हैगा एग दे नाल जाके फ्यूज करदा हैगा तो उस वेले इथों हाइड्रोलिटिक एंजाइम जिहड़े हैगे रिलीज होंदे हैगे जो कि एग दी प्लाज्मा मैंबर नूं डिसॉल्व करदे हैगे ताकि स्पर्म जाके उहदे नाल फ्यूज कर जाए। सो इट्स अ वेरी इंपॉर्टेंट टॉपिक हैगा एक्रोसोम। नेक्स्ट अपने कोल नैक विच सेंट्रियोल्स ਹੁੰਦੇ ਹੈਗੇ, ਠੀਕ ਹੈ। ਪ੍ਰੋਕਸੀਮਲ ਸੈਂਟਰੀਓਲ ਜਿਹੜਾ ਹੈਗਾ ਉਹ ਸੈਲ ਡਿਵੀਜ਼ਨ ਕਰਨ ਵਿੱਚ ਹੈਲਪ ਕਰਦਾ। ਜਦੋਂ ਜਾਈਗੋਟ ਫਾਰਮੇਸ਼ਨ ਹੋ ਜਾਂਦੀ ਹੈਗੀ ਤਾਂ ਜਾਈਗੋਟ ਫਾਰਮੇਸ਼ਨ ਜੋ ਫਰਸਟ ਡਿਵੀਜ਼ਨਸ ਹੁੰਦੀਆਂ ਹੈਗੀਆਂ ਤਾਂ ਉਸ ਵੇਲੇ ਆਪਣੇ ਕੋਲ ਸੈਂਟਰੀਓਲ ਕੰਮ ਕਰਦਾ ਹੈ। ਜਿਹੜਾ ਦੂਸਰਾ ਉਹ ਐਕਸਿਲ ਫਿਲਾਮੈਂਟ ਦੇ ਨਾਲ ਜੁੜਦਾ ਹੈਗਾ। ਜਿਹੜਾ ਨੈਕਸਟ ਪਾਰਟ ਹੈ ਦੈਟ ਇਜ਼ ਦ ਮਿਡਲ ਪੀਸ। ਮਿਡਲ ਪੀਸ ਵਿੱਚ ਕੀ ਹੁੰਦਾ ਹੈ ਕਿ ਮਾਈਟੋਕੌਂਡਰੀਆ ਹੁੰਦੇ ਹੈ और माइटोकॉन्ड्रिया इज नोन एज द पावर हाउस ऑफ द सेल। वो ਇੱਥੇ ਵੀ ਉਹੀ ਕੰਮ ਕਰਦੇ ਹੈਗੇ, ਇਹ એનર્ਜੀ ਪ੍ਰੋਵਾਈਡ ਕਰਦੇ ਹੈ ਸਪਰਮ ਨੂੰ ਤਾਕਿ ਉਹ ਸਵਿਮ ਕਰ ਸਕੇ, ਉਹ ਚ ਮੋਟਿਲਿਟੀ ਆ ਜਾਵੇ। ਐਂਡ ਲਾਸਟ ਪਾਰਟ ਹੈਗਾ ਟੇਲ। ਟੇਲ ਦੇ ਵਿੱਚ ਇੱਕ ਐਕਸਲ ਫਿਲਾਮੈਂਟ ਹੁੰਦਾ ਹੈਗਾ ਜਿਹੜਾ ਕਿ ਚਾਰੇ ਪਾਸੇ ਆਪਣੇ ਕੋਲ ਪਲਾਜ਼ਮਾ ਮੈਂਬਰ ਦੇ ਨਾਲ ਕਵਰ ਹੁੰਦਾ ਹੈਗਾ। ਸੋ ਥੀਸ ਆਰ ਦ 4 ਪਾਰਟਸ, ਠੀਕ ਹੈ, ਆਫ ਦ ਸਪਰਮਸ। ਨੈਕਸਟ ਹੈ oogenesis, that the formation of egg from the germ cells within the ovaries, that is called the oogenesis। and then ये उसी तरह phases है। first है multiplicative phase। जो first multiplicative phase हैगा वो fetal stage ਦੇ ਵਿੱਚ embryonic stage ਦੇ ਵਿੱਚ ਹੀ ਆਉਂਦਾ ਹੈਗਾ। ਜਦੋਂ ਫੀਮੇਲ ਹਜੇ fetus ਹੀ ਹੁੰਦੀ ਹੈ, means full mature ਨਹੀਂ ਹੋਈ ਹੁੰਦੀ, उस वेले ही अपने को oogoनियम हैगा वो माइटोसिस करके की करदा हैगा ਉਹਦੀ ਆਪਣੀ ਗਿਣਤੀ ਨੂੰ ਵਧਾ ਲੈਂਦਾ ਹੈਗਾ ਔਰ ਇਹ ਗਿਣਤੀ ਮਿਲੀਅਨਸ ਦੇ ਵਿੱਚ ਹੋ ਜਾਂਦੀ ਹੈ। ਦੇਖੋ ਬੜਾ ਇੱਕ ਹੈਰਾਨੀ ਵਾਲਾ ਜਿਹੜਾ ਪੁਆਇੰਟ ਹੈਗਾ ਆਪਣੇ ਕੋਲ ਕਿ ਜੋ ਫੀਮੇਲ ਹੈਗੀ, ਫੀਮੇਲ ਦੇ ਵਿੱਚ ਜੋ ਐਗ ਪ੍ਰੋਡਿਊਸ ਕਰਨ ਵਾਲੀ ਪ੍ਰੋਸੈਸ ਹੈਗੀ ਉਹ ਬਰਥ ਤੋਂ ਪਹਿਲਾਂ ਹੀ ਸਟਾਰਟ ਹੋ ਜਾਂਦੀ ਹੈਗੀ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਹੜੀ ਫੀਟਲ ਸਟੇਜ ਤੋਂ ਬਾਅਦ ਫੀਟਲ ਦੇ ਸਟੇਜ ਦੇ ਵਿੱਚ ਜਦੋਂ ਮਾਈਟੋਸਿਸ ਹੋ ਕੇ ਕਾਫੀ ਸਾਰੀ ਗਿਣਤੀ ਹੋ ਜਾਂਦੀ ਹੈਗੀ ਤਾਂ ਫਿਰ ਨੈਕਸਟ ਸਟੇਜ ਆਉਂਦੀ ਹੈ ਆਪਣੇ ਕੋਲ ਮੈਚੂਰੇਸ਼ਨ ਫੇਜ਼। ਮੈਚੂਰੇਸ਼ਨ ਫੇਜ਼ ਜਿਹੜੀ ਹੈਗੀ ਆਪਣੇ ਕੋਲ ਉਹ ਮੈਂ ਇੱਥੋਂ ਤੁਹਾਨੂੰ ਡਾਇਗਰਾਮ ਸਮਝਾਉਣਾ ਹੈਗਾ ਕਿ ਦੇਖੋ ਜਿਸ ਤਰ੍ਹਾਂ ਓਵਰੀ ਦੀ ਡਾਇਗਰਾਮ ਆਪਣੇ ਕੋਲ ਇੰਟਰਨਲ ਜਿਹੜੀ ਹੈਗੀ ਸਟਰਕਚਰ ਦਿਖਾ ਰਹੇ ਹੈਗੇ ਕਿ ਇਹਦੇ ਵਿੱਚ ਪਹਿਲਾਂ ਕੀ ਹੁੰਦੀਆਂ ਹੈਗੀਆਂ ਫਾਲੀਕਲਸ ਹੁੰਦੀਆਂ, ਥੈਲੀਆਂ ਹੁੰਦੀਆਂ ਹੈਗੀਆਂ ਜਿਹਦੇ ਵਿੱਚ ਕੀ ਹੁੰਦਾ ਹੈ ਕਿ oogoनियम ਪ੍ਰੈਜ਼ੈਂਟ ਹੁੰਦੇ ਹੈਗੇ। ਅਸੀਂ ਉਹਨਾਂ ਨੂੰ ਕੀ ਕਹਿ ਦਿੰਦੇ ਹੈਗੇ ਪ੍ਰਾਇਮਰੀ ਫਾਲੀਕਲਸ। ਉਹ ਇਹਨਾਂ ਦੇ ਆਲੇ ਦੁਆਲੇ ਗ੍ਰੈਨੂਲੋਜ਼ਾ ਦਾਣੇਦਾਰ ਤਹਿਾਂ ਹੁੰਦੀਆਂ, ਲੇਅਰਸ ਹੁੰਦੀਆਂ ਹੈਗੀਆਂ, ਉਹ ਲੇਅਰਸ ਹੋਰ ਵੱਧ ਜਾਂਦੀਆਂ ਹੈਗੀਆਂ ਔਰ ਕੀ ਬਣ ਜਾਂਦੀਆਂ ਹੈਗੀਆਂ ਸੈਕੰਡਰੀ ਫਾਲੀਕਲਸ ਬਣ ਜਾਂਦੀਆਂ। ਫਿਰ ਸੈਕੰਡਰੀ ਫਾਲੀਕਲਸ ਤੋਂ ਟਰਸ਼ਰੀ ਫਾਲੀਕਲਸ ਬਣਦੀਆਂ ਹੈਗੀਆਂ।
ਵਿਚਕਾਰ ਐਟਰੀਅਮ ਇੱਕ ਕੈਵਿਟੀ ਬਣ ਜਾਂਦੀ ਹੈਗੀ, ਓਗੋਨੀਅਮ ਇੱਕ ਸਾਈਡ ਵੱਲ ਹੋ ਜਾਂਦੀ ਹੈਗੀ ਤੇ ਅਸੀਂ ਹੁਣ ਇਸ ਸਟੇਜ ਨੂੰ ਟਰਸ਼ਰੀ ਫੋਲਿਕਲਸ ਕਹਿ ਦਿੰਦੇ ਹੈਗੇ। ਔਰ ਇਹਦੇ ਵਿੱਚ ਕੀ ਹੈਗਾ, ਪ੍ਰਾਇਮਰੀ oocytes ਹੀ ਪ੍ਰੈਜ਼ੈਂਟ ਹੈਗੇ। ਓਗੋਨੀਅਮ ਡਿਪਲੋਇਡ ਸੀਗੇ, 46 ਕ੍ਰੋਮੋਸੋਮ ਸੀਗੇ ਇਨ ਦਾ ਕੇਸ ਆਫ ਹਿਊਮਨ ਬੀਇੰਗ, ਤਾਂ ਪ੍ਰਾਇਮਰੀ oocyte ਦੇ ਵਿੱਚ ਵੀ 46 ਕ੍ਰੋਮੋਸੋਮਸ ਹੁੰਦੇ ਹੈਗੇ ਔਰ ਉਹ ਟਰਸ਼ਰੀ ਫੋਲਿਕਲ ਦੇ ਰੂਪ ਦੇ ਵਿੱਚ ਆਪਣੇ ਕੋਲ ਪ੍ਰੈਜ਼ੈਂਟ ਹੈਗੇ। ਇੱਥੇ ਉਹ ਫਸਟ ਮਿਓਟਿਕ ਡਿਵੀਜ਼ਨ ਕਰਦੇ ਹੈਗੇ ਔਰ ਇਹਦੇ ਤੇ ਕੀ ਬਣਦਾ, ਦੋ ਅਨਇਕੁਅਲ ਸੈੱਲ ਬਣਦੇ ਹੈਗੇ। ਇੱਕ ਸੈੱਲ ਨੂੰ ਅਸੀਂ ਸੈਕੰਡਰੀ oocyte ਕਹਿ ਦਿੰਦੇ ਹਾਂ ਔਰ ਦੂਸਰੇ ਨੂੰ ਅਸੀਂ ਪੋਲਰ ਬੋਡੀ ਕਹਿ ਦਿੰਦੇ ਹਾਂ। ਪੋਲਰ ਬੋਡੀ ਦੀ ਕੀ ਇੰਪੋਰਟੈਂਸ ਹੈ ਇਹਦੇ ਬਾਰੇ ਸਾਨੂੰ ਹਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗਾ, ਪਰ ਇਹ ਬਾਅਦ ਵਿੱਚ ਡੀਜਨਰੇਟ ਕਰ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਟਰਸ਼ਰੀ ਫੋਲਿਕਲਸ ਹੈ ਪੂਰੀ ਤਰ੍ਹਾਂ ਮੈਚੁਰ ਹੋ ਜਾਂਦੀ ਹੈ ਤਾਂ ਗ੍ਰਾਫੀਅਨ ਫੋਲਿਕਲ, ਇੱਕ ਸਾਇੰਟਿਸਟ ਦੇ ਨੇਮ ਦੇ ਪਿੱਛੇ ਆਪਣੇ ਕੋਲ ਦਾ ਨਾਮ ਹੁੰਦਾ ਹੈ, ਗ੍ਰਾਫੀਅਨ ਫੋਲਿਕਲਸ ਬਣ ਜਾਂਦੀ ਹੈ ਔਰ ਇੱਥੇ ਗ੍ਰਾਫੀਅਨ ਫੋਲਿਕਲਸ ਰਪਚਰ ਕਰ ਜਾਂਦੀ ਹੈ ਐਂਡ ਇਟ ਰਿਲੀਜ਼ਸ egg. This process is called as the ovulation. और ये किस फेज ਵਿੱਚ ਹੋ ਰਿਹਾ, मैचुरेशन फेज ਦੇ ਵਿੱਚ ਹੋ ਰਿਹਾ। मैचुरेशन फेज ਦੇ ਦੌਰਾਨ ਕੀ ਬਣਦਾ ਹੈ, ਐਗ ਬਣਦਾ ਔਰ ਐਗ ਕਿਸ ਰੂਪ ਦੇ ਵਿੱਚ ਹੁੰਦਾ, ਸੈਕੰਡਰੀ oocyte ਦੇ ਰੂਪ ਵਿੱਚ ਹੁੰਦਾ। ਫਸਟ ਮਿਓਟਿਕ ਡਿਵੀਜ਼ਨ ਹੁੰਦੀ ਹੈ, ਸੈਕੰਡ ਮਿਓਟਿਕ ਡਿਵੀਜ਼ਨ ਹਜੇ ਨਹੀਂ ਹੁੰਦੀ। ਔਰ ਸੈਕੰਡਰੀ oocyte ਇਟਸ ਅ ਵੈਰੀ ਇੰਪੋਰਟੈਂਟ ਪੁਆਇੰਟ, ਜਿਹੜੀ ਫਰਟੀਲਾਈਜੇਸ਼ਨ ਹੈ, ਸਪਰਮ ਹੈ, ਉਹ ਸੈਕੰਡਰੀ oocyte ਦੇ ਨਾਲ ਆ ਕੇ ਫਿਊਜ਼ ਕਰਦਾ ਔਰ ਫਰਟੀਲਾਈਜੇਸ਼ਨ ਕਰਦਾ ਹੈ। ਹਜੇ ਸੈਕੰਡ ਮਿਓਟਿਕ ਡਿਵੀਜ਼ਨ ਨਹੀਂ ਹੋਈ ਹੁੰਦੀ ਜਦੋਂ ਕਿ ਫਰਟੀਲਾਈਜੇਸ਼ਨ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਫਰਟੀਲਾਈਜੇਸ਼ਨ ਹੋ ਜਾਂਦੀ ਹੈ ਤਾਂ ਸੈਕੰਡਰੀ oocyte ਨੈਕਸਟ ਸੈਕੰਡ ਮਿਓਟਿਕ ਡਿਵੀਜ਼ਨ ਕਰਦਾ ਹੈ ਐਂਡ ਇਟ ਫਾਰਮਸ ਨੈਕਸਟ ਸੈਕੰਡ ਇੱਕ ਪੋਲਰ ਬੋਡੀ ਬਣਦੀ ਹੈ ਔਰ ਨਾਲ ਐਗ ਬਣਦਾ ਹੈ। ਤਾਂ ਥੋੜਾ ਜਿਹਾ ਡਿਫਰੈਂਟ ਹੈ ਬੇਟਾ ਸਪਰਮੈਟੋਜੈਨਸਿਸ ਦੇ ਨਾਲੋਂ ਕਿ ਇੱਥੇ ਫਰਟੀਲਾਈਜੇਸ਼ਨ ਸਪਰਮੈਟੋਜੈਨਸਿਸ ਦੇ ਵਿੱਚ ਪੂਰੀ ਤਰ੍ਹਾਂ ਸਪਰਮ ਬਣਨ ਤੋਂ ਬਾਅਦ ਕੰਪਲੀਟ ਹੁੰਦੀ ਹੈ, ਲੇਕਿਨ ਇੱਥੇ ਜਦੋਂ ਫਰਟੀਲਾਈਜੇਸ਼ਨ ਹੁੰਦੀ ਹੈਗੀ ਉਸ ਤੋਂ ਫਰਟੀਲਾਈਜੇਸ਼ਨ ਹੁੰਦੀ ਹੈ ਸੈਕੰਡਰੀ oocyte ਦੇ ਨਾਲ, ਫਰਟੀਲਾਈਜੇਸ਼ਨ ਤੋਂ ਬਾਅਦ ਸੈਕੰਡ ਮਿਓਟਿਕ ਡਿਵੀਜ਼ਨ ਹੁੰਦੀ ਹੈ ਤੇ oogenesis ਕੰਪਲੀਟ ਹੁੰਦੀ ਹੈ। ਡੀਅਰ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਹਾਨੂੰ ਟੌਪਿਕ बड़ी ईजिली समझ आ गया होगा। सो अपनी NCERT की बुक्स विचों SCERT की बुक्स विचों इसमें पढ़ो। अगर कोई तुहानू प्रॉब्लम लगती है तो मेरे कमेंट बॉक्स में आके तुसी कोई भी क्वेश्चन पूछ सकते हो। थैंक यू, धन्यवाद।